ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਤੇ ਹਮੇਸ਼ਾ ਹੀ ਤਰ੍ਹਾਂ ਅੱਜ ਵੀ ਕਿਸੇ ਨਵੇਂ ਵਿਸ਼ੇ ਨਾਲ ਤੁਹਾਡੇ ਸਾਹਮਣੇ ਰੂਬਰੂ ਹੋ ਚੁੱਕੀ ਹਾਂ ਤੇ ਮੇਰੇ ਨਾਲ ਮਮਤਾ ਸ਼ਰਮਾ ਜੀ ਵੀ ਹਾਜ਼ਰ ਹੋ ਚੁੱਕੇ ਨੇ। ਸਤਿ ਸ਼੍ਰੀ ਅਕਾਲ ਮਮਤਾ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ। ਮਮਤਾ, ਆਮ ਪਾਰਟੀ ਤਾਂ ਜਿੱਤ ਚੁੱਕੀ ਹੈ, ਲੇਕਿਨ ਜਿਹੜੇ ਕਾਂਗਰਸ ਦੇ ਲੋਕੀ ਨੇ ਉਹ ਅਸਤੀਫਾ ਦੇ ਰਹੇ ਨੇ। ਇਹਦੇ ਨਾਲ ਕਿ ਸੋਨੀਆ ਗਾਂਧੀ ਨੇ 5 ਸਟੇਟ ਦੇ ਪ੍ਰਧਾਨਾਂ ਤੋਂ ਅਸਤੀਫੇ ਮੰਗੇ ਨੇ, ਜਿਹਦੇ ਵਿੱਚ ਕਿ ਨਵਜੋਤ ਸਿੱਧੂ ਦਾ ਵੀ ਨਾਮ ਹੈ ਤੇ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਹੈ। ਪ੍ਰੀਤ ਐਦਾਂ ਹੈ ਕਿ ਹੁਣ ਦੇਖੋ 2024 ਦੇ ਜਿਹੜੇ ਇਲੈਕਸ਼ਨ ਹੈਗੇ ਆ ਉਹਨਾਂ ਦੀ ਜਿਹੜੀ ਹੈਗੀ ਹੈ ਦੁਬਾਰਾ ਤੋਂ ਨਵੀਂ ਜਿਹੜੀ ਹੈ ਰਣਨੀਤੀ ਉਹ ਤਿਆਰ ਕਰਨੀ ਪੈਣੀ ਹੈ। ਔਰ ਪ੍ਰਿਯੰਕਾ ਗਾਂਧੀ ਜਿਹੜੇ ਹੈਗੇ 2024 ਦੇ ਇਲੈਕਸ਼ਨਾਂ ਦੀ ਰਣਨੀਤੀ ਜਿਹੜੀ ਹੈਗੀ ਹੈ ਉਹਨਾਂ ਨੇ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਪਰ ਇਸ ਰਣਨੀਤੀ ਨੂੰ ਤਿਆਰ ਕਰਨ ਤੋਂ ਪਹਿਲਾਂ ਜਿੱਦਾਂ ਕਹਿੰਦੇ ਨਾ ਕਿ ਪਹਿਲਾਂ ਜੋ ਵੀ ਪੁਰਾਣੀਆਂ ਗਲਤੀਆਂ ਹੋਈਆਂ ਨੇ, ਜੋ ਵੀ ਪੁਰਾਣਾ ਸਭ ਕੁਝ ਪਾਰਟੀ ਨੂੰ ਹਰਾਉਣ ਵਿੱਚ ਜਿਸ ਚੀਜ਼ ਦਾ ਸਹਿਯੋਗ ਸੀਗਾ, ਪਾਰਟੀ ਨੇ ਵਿਸ਼ਲੇਸ਼ਣ ਇਹੀ ਕੱਢਿਆ ਸੀ ਆਪਣੀ ਮੀਟਿੰਗ ਦੇ ਦੌਰਾਨ ਕਿ ਮਤਲਬ ਜਿਹੜੇ 5 ਸਟੇਟਾਂ ਦੇ ਪ੍ਰਧਾਨ ਹੈਗੇ ਨਾ, 5 ਸਟੇਟਾਂ ਦੇ ਪ੍ਰਧਾਨਾਂ ਤੋਂ ਜਿਹੜਾ ਹੈਗਾ ਅਸਤੀਫਾ ਲਿੱਤਾ ਜਾਵੇ ਔਰ ਨਵੇਂ ਸਿਰੇ ਤੋਂ ਪਾਰਟੀ ਨੂੰ ਖੜਾ ਕਰਨ ਵਾਸਤੇ ਨਵੀਂ ਜਿਹੜੀ ਹੈਗੀ ਰਣਨੀਤੀ ਬਣਾਈ ਜਾਵੇ, ਤਾਂ ਕਿ ਜਿਹੜੇ 2024 ਦੇ ਇਲੈਕਸ਼ਨ ਹੋਣੇ ਹੈ ਉਹਦੇ ਵਿੱਚ ਪਾਰਟੀ ਨੂੰ ਐਦਾਂ ਦੀ ਮੂੰਹ ਦੀ ਨਾ ਖਾਣੀ ਪਵੇ ਜਿੱਦਾਂ ਕਿ ਪਾਰਟੀ ਨੇ ਹੁਣ ਪੰਜਾਬ ਵਿੱਚ ਮਾਤ ਪ੍ਰਾਪਤ ਕੀਤੀ ਹੈ। ਇਹਦੇ ਕਰਕੇ ਜਿਹੜਾ ਹੈਗਾ ਵੀ ਮਤਲਬ ਹੁਣ ਅੱਜ ਸਿੱਧੂ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈਗਾ, ਤਾਂ ਬਾਕੀ ਵੀ ਜਿਹੜੇ ਹੋਰ ਪ੍ਰਧਾਨ ਹੈਗੇ ਐਸ ਮਤਲਬ ਕਿ ਜਿੱਦਾਂ ਹੁਣ ਵਾਰੀ ਲੱਗ ਚੁੱਕੀ ਹੈਗੀ ਹੈ ਤੇ 4 ਜਿਹੜੇ ਸਟੇਟਾਂ ਦੇ ਪ੍ਰਧਾਨ ਬਾਕੀ ਬਚੇ ਹੈਗੇ ਆ ਉਹਨਾਂ ਦੇ ਵੀ ਅਸਤੀਫੇ ਜਿਹੜੇ ਹੈਗੇ ਸਾਡੇ ਕੋਲ ਬਹੁਤ ਜਲਦੀ ਅਸਤੀਫਿਆਂ ਦੀ ਜਿਹੜੀ ਹੈਗੀ ਹੈ ਨਿਊਜ਼ ਆਉਣੀਆਂ ਸ਼ੁਰੂ ਹੋ ਜਾਣਗੀਆਂ। ਔਰ ਇਹਦੇ ਨਾਲ ਹੀ ਆਪਾਂ ਜੇ ਗੱਲ ਕਰੀਏ ਕਿ ਚਲੋ ਇਹ ਤਾਂ ਸਟੈਪ ਵਧੀਆ ਕੀਤਾ ਸੋਨੀਆ ਗਾਂਧੀ ਜੀ ਨੇ ਕਿ ਪ੍ਰਧਾਨਾਂ ਤੋਂ ਅਸਤੀਫੇ ਮੰਗ ਲਿੱਤੇ, ਕਿਉਂਕਿ ਇਸ ਹਾਰ ਤੋਂ ਉਹਨਾਂ ਨੇ ਬਹੁਤ ਕੁਝ ਸਿੱਖ ਲਿੱਤਾ ਹੋਣਾ, ਕਿਉਂਕਿ ਇਹ ਇੱਕ ਬਹੁਤ ਵੱਡਾ ਬਦਲਾਵ ਸੀਗਾ ਜਿਹੜਾ ਕਾਂਗਰਸੀਆਂ ਤੇ ਅਕਾਲੀਆਂ ਨੂੰ ਇਸ ਪੰਜਾਬ ਚੋਣਾਂ ਵਿੱਚ ਵੇਖਣਾ ਪਿਆ, ਕਿਉਂਕਿ ਇਹ ਦੋਵੇਂ ਰਵਾਇਤੀ ਪਾਰਟੀਆਂ ਸੀ। ਔਰ ਇਹਨਾਂ ਦਾ ਹੀ ਜਿਹੜੇ ਪਿਛਲੇ 50 ਤੋਂ 70 ਸਾਲਾਂ ਤੋਂ ਪ੍ਰਚਲਨ ਚੱਲਦਾ ਆ ਰਿਹਾ ਸੀਗਾ ਕਿ ਕਦੀ ਕਾਂਗਰਸ ਜਿੱਤ ਜਾਂਦੀ ਸੀ, ਪੰਜਾਬ ਤੇ ਸ਼ਾਸਨ ਕਰਦੀ ਸੀ, ਕਦੀ ਅਕਾਲੀ ਜਿੱਤ ਜਾਂਦੇ ਸੀ, ਪੰਜਾਬ ਤੇ ਸ਼ਾਸਨ ਕਰਦੇ ਸੀਗੇ। ਪਰ ਕਿਉਂਕਿ ਜਦੋਂ ਹੁਣ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਜਨਤਾ ਨੂੰ ਕੋਈ ਸੁਧਾਰ ਵੀ ਨਹੀਂ ਨਜ਼ਰ ਆਇਆ ਇਹਨਾਂ ਦੋਨਾਂ ਪਾਰਟੀਆਂ ਨੂੰ ਪੰਜਾਬ ਦੀ ਹੁਕੂਮਤ ਦੇਣ ਤੋਂ ਬਾਅਦ, ਤਾਂ ਇਹ ਪੰਜਾਬ ਦੀ ਜਨਤਾ ਨੇ ਇਕਜੁੱਟ ਜਿਹੜਾ ਹੈਗਾ ਕਿ ਮਤਾ ਕੀਤਾ ਵੀ ਅਸੀਂ ਜਿਹੜਾ ਹੈਗਾ ਇਹਨਾਂ ਦੋਵਾਂ ਪਾਰਟੀਆਂ ਨੂੰ ਇੱਕ ਵਾਰ ਜਿਹੜਾ ਹੈਗਾ ਵੀ ਮੂੰਹ ਦੀ ਬਲ ਜਿਹੜਾ ਹੈਗਾ ਥੱਲੇ ਗਿਰਨਾ ਹੈਗਾ, ਵੀ ਅਸੀਂ ਕਿਸੇ ਨਵੇਂ ਨੂੰ ਮੌਕਾ ਦੇਣਾ ਹੈਗਾ, ਤਾਂ ਕਿ ਜੇ ਉਹ ਨਵੇਂ ਨੂੰ ਮੌਕਾ ਦੇ ਕੇ ਦੇਖਿਆ ਜਾਵੇ ਕਿ ਪੰਜਾਬ ਦਾ ਸੁਧਾਰ ਹੋ ਸਕਦਾ ਕਿ ਨਹੀਂ ਹੋ ਸਕਦਾ। ਉਹਦੇ ਹੀ ਮਤਲਬ ਸ਼ੁਰੂਆਤ ਵਿੱਚ ਜਿਹੜਾ ਹੈਗਾ ਜੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਹੈਗਾ ਅਸਤੀਫਾ ਦੇ ਦਿੱਤਾ ਗਿਆ। ਬਿਲਕੁਲ ਮਮਤਾ, ਕੱਲ ਵੀ ਕਾਂਗਰਸ ਵੱਲੋਂ ਬਹੁਤ ਵੱਡੀ ਮੀਟਿੰਗ ਰੱਖੀ ਗਈ ਸੀ, ਸਾਰੇ ਵਿਧਾਇਕ, ਸਾਰੇ ਮੰਤਰੀ ਉੱਥੇ ਇਕੱਠੇ ਵੀ ਹੋਏ ਸੀ ਤੇ ਉੱਥੇ ਮੀਡੀਆ ਵੀ ਬਹੁਤ ਆਈ ਹੋਈ ਸੀ। ਲੇਕਿਨ ਜੋ ਵੀ ਉੱਥੇ ਮੀਟਿੰਗ ਰੱਖੀ ਗਈ ਸੀ, ਉਹ ਕਿਉਂ ਮੀਟਿੰਗ ਰੱਖੀ ਗਈ ਸੀ ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ ਸੀ। ਇਹ ਮੀਟਿੰਗ ਕੱਲ ਤਾਂ ਬਹੁਤ ਵੱਡੀ ਰੱਖੀ ਗਈ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਸਾਡੀ ਹਾਰ ਕਿਉਂ ਹੋਈ ਹੈ, ਇਹ ਹਾਰ ਦਾ ਅਸੀਂ ਸਾਰਿਆਂ ਨੇ ਬੈਠ ਕੇ ਪੁੱਛਣਾ, ਇੱਕ ਮੰਥਨ ਕੀਤਾ ਹੈ ਕਿ ਇਹ ਹਾਰ ਸਾਡੀ ਕਿਉਂ ਹੋਈ ਹੈ, ਸਾਡੇ ਵਿੱਚ ਕੀ ਕਮੀ ਰਹਿ ਗਈ, ਲੋਕਾਂ ਨੇ ਸਾਨੂੰ ਕਿਉਂ ਨਹੀਂ ਵੋਟਾਂ ਪਾਈਆਂ। ਪਰ ਜਦੋਂ ਮੀਡੀਆ ਵੱਲੋਂ ਇਕੱਲੇ ਮੰਤਰੀਆਂ ਨੂੰ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਸਿਰਫ ਚਰਨ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਉਹ ਦੋਨਾਂ ਦੇ ਹੀ ਨਿਸ਼ਾਨੇ ਸਾਧੇ ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜਿਹੜੀ ਬੋਲੀ ਹੈ ਉਹ ਉਸ ਕਰਕੇ ਅਸੀਂ ਹਾਰ ਚੁੱਕੇ ਹਾਂ, ਜਿਹੜੇ ਇਹਨਾਂ ਦੇ ਬਿਆਨ ਸੀ ਉਹਨਾਂ ਕਰਕੇ ਅਸੀਂ ਹਾਰ ਚੁੱਕੇ ਹਾਂ। ਜਿੱਦਾਂ ਕਿ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਸੀ, ਭਈਆਂ ਦਾ ਬਿਆਨ ਦਿੱਤਾ ਸੀ ਔਰ ਲਾਠੀ ਚਾਰਜ ਅਧਿਆਪਕਾਂ ਤੇ ਕੀਤੇ ਸੀ, ਤੇ ਹੋਰ ਵੀ ਕਈ ਇਸ ਤਰ੍ਹਾਂ ਦੇ ਬਿਆਨ ਦਿੱਤੇ ਸੀ। ਔਰ ਕਦੇ ਉਹ ਬੱਕਰੀ ਦਾ ਦੁੱਧ ਚੋ ਰਹੇ ਨੇ, ਕਦੇ ਕੁਝ ਕਰ ਰਹੇ ਨੇ, ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਉਹਨਾਂ ਦੀ ਕਾਂਗਰਸ ਦੀ ਖੁਦ ਦੀ ਪਾਰਟੀ ਦੇ ਜਿਹੜੇ ਲੋਕੀ ਨੇ, ਵਿਧਾਇਕ ਨੇ, ਉਮੀਦਵਾਰ ਨੇ, ਉਹਨਾਂ ਦੇ ਹੀ ਇਹ ਸ਼ਬਦ ਨੇ ਔਰ ਉਹਨਾਂ ਨੇ ਹੀ ਇਹ ਦੋਨਾਂ ਬੰਦਿਆਂ ਦੇ ਨਿਸ਼ਾਨੇ ਸਾਧੇ ਨੇ ਕਿ ਇਸ ਕਰਕੇ ਕਾਂਗਰਸ ਪਾਰਟੀ ਜੋ ਹੈ ਹਾਰ ਗਈ ਹੈ। ਬੇਸਿਕਲੀ ਇਹ ਤਾਂ ਤੁਸੀਂ ਸਭ ਕਾਰਨ ਦੱਸਦੇ, ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਕਾਂਗਰਸ ਦੀ ਆਪਸੀ ਫੁੱਟ ਸੀਗੀ। ਬਿਲਕੁਲ। ਔਰ ਇਹ ਵੀ ਕਾਰਨ ਸੀਗਾ ਕਿ ਜਿਹੜਾ ਪਿਛਲੇ ਅਸੀਂ ਹਮੇਸ਼ਾ ਆਪਣੇ ਸ਼ੋਅ 'ਚ ਦੱਸਦੇ ਕਿ ਜਿਹੜਾ ਪਿਛਲੇ 4.5 ਸਾਲ ਕੈਪਟਨ ਅਮਰਿੰਦਰ ਨੇ ਕੁਝ ਵੀ ਨਹੀਂ ਕੀਤਾ ਹੈਗਾ, ਕੋਈ ਲੋਕਾਂ ਦੀ, ਜਨਤਾ ਦੀ ਸਾਰ ਨਹੀਂ ਲਿੱਤੀ ਹੈਗੀ। ਔਰ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀਗੀ ਕਿ ਮੈਂ ਪੰਜਾਬ ਦੇ ਹੱਕ ਵਿੱਚ, ਪੰਜਾਬ ਵਾਸਤੇ ਜਿਹੜਾ ਹੈਗਾ ਬਹੁਤ ਕੁਝ ਕਰਾਂਗਾ। ਔਰ ਉਹਨੇ 4.5 ਸਾਲ ਪੰਜਾਬ ਦੀ ਬਾਤ ਨਹੀਂ ਪੁੱਛੀ ਹੈਗੀ, ਜੋ ਅਖੀਰ ਵਿੱਚ ਆ ਕੇ ਜਿਹੜਾ ਹੈਗਾ ਪੱਲਾ ਝਾੜ ਕੇ, ਔਰ ਕਾਂਗਰਸ ਨੇ ਵੀ ਅਖੀਰ ਵਿੱਚ ਜਿਹੜਾ ਹੈਗਾ ਵੀ ਰਾਹੁਲ ਗਾਂਧੀ ਨੇ ਤੇ ਪ੍ਰਿਯੰਕਾ ਗਾਂਧੀ ਨੇ ਡਿਸੀਜ਼ਨ ਲੈ ਕੇ ਬਿਲਕੁਲ ਮੰਤਰੀ ਚੇਂਜ ਕਰ ਦਿੱਤਾ ਔਰ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਹੈਗਾ ਬਾਗਡੋਰ ਫੜਾ ਦਿੱਤੀ ਗਈ ਪੰਜਾਬ ਦੀ। ਮਤਲਬ ਜਿਹੜੇ ਇਹਨਾਂ ਦੇ ਆਪਸੀ ਮਤਭੇਦ ਹੈ ਨਾ, ਆਪਸੀ ਮਤਭੇਦਾਂ ਨੇ ਜਿਹੜਾ ਹੈਗਾ ਕਾਂਗਰਸ ਨੂੰ ਪੰਜਾਬ ਵਿੱਚ ਮੂੰਹ ਦੀ ਖਾਣ ਨੂੰ ਮਜਬੂਰ ਕਰ ਦਿੱਤਾ। ਬਿਲਕੁਲ ਮਮਤਾ, ਤੇ ਅੱਜ ਬਹੁਤ ਵੱਡਾ ਦਿਨ ਹੈ, ਅੱਜ ਭਗਵੰਤ ਮਾਨ ਜੀ ਸਹੁੰ ਵੀ ਚੁੱਕਣਗੇ ਜੀ। ਹਾਂਜੀ, ਅੱਜ 16 ਮਾਰਚ ਅੱਜ ਖਟਕੜ ਕਲਾਂ ਵਿੱਚ ਜਿਹੜਾ ਹੈਗਾ ਭਗਵੰਤ ਮਾਨ ਜੀ ਨੇ ਸਹੁੰ ਚੁੱਕਣੀ ਹੈਗੀ ਹੈ।
ਔਰ ਉਹਨਾਂ ਨੇ ਜਿੰਨੇ ਵੀ ਪੰਜਾਬੀ ਭਾਈਚਾਰਾ ਹੈਗਾ ਸਾਰਿਆਂ ਨੂੰ ਜਿਹੜੀ ਹੈਗੀ ਸਹੁੰ ਚੁੱਕ ਸਮਾਗਮ 'ਚ ਉਹਨਾਂ ਨੇ ਇਨਵਾਈਟ ਕੀਤਾ, ਕਿਉਂਕਿ ਉਹਨਾਂ ਨੇ ਕਿਹਾ ਕਿ ਇਕੱਲੀ ਮੈਂ ਨਹੀਂ ਮੁੱਖ ਮੰਤਰੀ ਦੀ ਸਹੁੰ ਚੱਕਣੀ ਹੈਗੀ, ਸਾਰੇ ਪੰਜਾਬ ਦੇ ਜਿਹੜੇ 3 ਕਰੋੜ ਭਾਈਚਾਰਾ ਜੋ ਵੀ ਪੰਜਾਬ ਦੇ ਭੈਣ ਭਰਾ ਜੋ ਵੀ ਆਣਗੇ ਉਹ ਸਾਰੇ ਮਤਲਬ ਇਸ ਸਹੁੰ 'ਚ ਬਰਾਬਰ ਸਹੁੰ ਚੱਕਣਗੇ। ਔਰ ਉਹਨਾਂ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਭਰਾ ਨੇ ਉਹ ਪੀਲੀਆਂ ਪੰਗਾਂ ਜਿਹੜੀਆਂ ਹੈਗੀਆਂ ਬਸੰਤੀ ਰੰਗ ਦੀਆਂ ਪੱਗਾਂ ਪਾ ਕੇ ਜਿਹੜਾ ਹੈਗਾ ਉੱਥੇ ਸਮਾਰੋਹ ਵਿੱਚ ਆਉਣ, ਤੇ ਜਿਹੜੀਆਂ ਭੈਣਾਂ ਨੇ ਉਹ ਬਸੰਤੀ ਰੰਗ ਦੀਆਂ ਚੁੰਨੀਆਂ ਪਾ ਕੇ ਜਿਹੜਾ ਹੈਗਾ ਉੱਥੇ ਸਮਾਰੋਹ 'ਚ ਆਉਣ, ਕਿਉਂਕਿ ਉਹ ਜਿੱਦਾਂ ਕਿ ਅਸੀਂ ਗੱਲ ਕਰ ਰਹੇ ਕਿ ਇਹ ਜਿਹੜੀ ਸਹੁੰ ਚੁੱਕ ਸਮਾਗਮ ਹੈਗਾ ਇਹ ਭਗਤ ਸਿੰਘ ਜੀ ਦੇ ਨਾਮ ਨੂੰ ਸਮਰਪਿਤ ਹੈ, ਕਿਉਂਕਿ ਇਹ ਦੇਖੋ ਖਟਕੜ ਕਲਾ ਵਿੱਚ ਕੀਤਾ ਜਾ ਰਿਹਾ ਹੈਗਾ, ਉਹਨਾਂ ਦੇ ਸਥਾਨ ਤੇ ਕੀਤਾ ਜਾ ਰਿਹਾ। ਔਰ ਜਿਹੜਾ ਪਹਿਰਾਵਾ ਉਹਨਾਂ ਨੂੰ ਪਸੰਦ ਸੀ ਉਹੀ ਪਹਿਰਾਵਾ ਜਿਹੜਾ ਹੈਗਾ ਆਮ ਜਨਤਾ ਨੂੰ ਉੱਥੇ ਪਾ ਕੇ ਆਉਣ ਵਾਸਤੇ ਕਿਹਾ ਗਿਆ। ਬਿਲਕੁਲ ਮਮਤਾ, ਔਰ ਸਾਰੇ ਲੋਕਾਂ ਨੂੰ ਸੱਦਾ ਖੁੱਲ੍ਹਾ ਦਿੱਤਾ ਗਿਆ ਕਿ ਸਾਰੇ ਲੋਕਾਂ ਨੇ ਉੱਥੇ ਪਹੁੰਚਣਾ। ਇਸ ਦੇ ਨਾਲ ਹੀ ਭਗਵੰਤ ਮਾਨ ਦੀ ਜਿਹੜੀ ਫੈਮਿਲੀ ਅਮਰੀਕਾ ਦੇ ਵਿੱਚ ਰਹਿ ਰਹੀ ਹੈ, ਉਹਨਾਂ ਦੇ 2 ਬੱਚੇ ਤੇ ਉਹਨਾਂ ਦੀ ਵਾਈਫ ਉਹ ਵੀ ਆ ਰਹੇ ਨੇ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ। ਅੱਛੀ ਗੱਲ ਹੈ ਜੇ ਫੈਮਿਲੀ ਦੀ ਇਨਵੋਲਵਮੈਂਟ ਵੀ ਹੋ ਰਹੀ, ਕਿਉਂਕਿ ਆਪਾਂ ਪ੍ਰੀਤ ਫੈਮਲੀਜ਼ ਦੇ ਕਾਫੀ ਡਿਸਪਿਊਟਸ ਬਾਰੇ ਜਿਹੜਾ ਹੈਗਾ ਆਪਾਂ ਪਿੱਛੇ ਸਮਾਚਾਰਾਂ ਵਿੱਚ ਸੁਣਦੇ ਆ ਰਹੇ ਹਾਂ, ਤੇ ਹੁਣ ਤਾਂ ਇਹੀ ਗੱਲ ਹੈ ਵੀ ਜੇ ਫੈਮਿਲੀ ਔਰ ਭਗਵੰਤ ਮਾਨ ਸਾਹਿਬ ਇੱਕੋ ਮਿੱਕ ਹੋ ਜਾਂਦੇ ਹੈਗੇ ਆ ਤਾਂ ਜਿਹੜੀ ਭਗਵੰਤ ਮਾਨ ਸਾਹਿਬ ਦੀ ਜ਼ਿੰਦਗੀ 'ਚ ਮਾੜੀ ਮੋਟੀ ਕਮੀ ਹੈਗੀ ਉਹ ਕਮੀ ਵੀ ਪੂਰੀ ਹੋ ਜਾਊਗੀ। ਬਿਲਕੁਲ, ਇਸ ਦੇ ਨਾਲ ਹੀ ਮਮਤਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਭਗਵੰਤ ਮਾਨ ਜੀ ਨੇ ਇੱਕ ਟਵੀਟ ਵੀ ਕੀਤਾ ਹੈ। ਉਸ ਟਵੀਟ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸੂਰਜ ਦੀ ਸੁਨਹਿਰੀ ਕਿਰਨ ਅੱਜ ਇੱਕ ਨਵੀਂ ਸਵੇਰ ਲੈ ਕੇ ਆਈ ਹੈ। ਅੱਜ ਪੂਰਾ ਪੰਜਾਬ ਖਟਕੜ ਕਲਾ ਵਿਖੇ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਹੁੰ ਚੁੱਕੇਗਾ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ ਲਈ ਉਹਨਾਂ ਦੀ ਜੱਦੀ ਪਿੰਡ ਖਟਕੜ ਕਲਾ ਲਈ ਰਵਾਨਾ ਹੋ ਰਿਹਾ ਹਾਂ। ਇਹ ਬਿਲਕੁਲ ਸਹੀ ਹੈ ਕਿ ਮਤਲਬ ਉਹਨਾਂ ਨੇ, ਕਿਉਂਕਿ ਜਦੋਂ ਇਲੈਕਸ਼ਨ ਸੀਗੇ ਤੇ ਉਹਨਾਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਹੀ ਨਾਮ ਨੂੰ ਜਿਹੜਾ ਹੈਗਾ ਵੀ ਆਪਣੇ ਆਪ ਨੂੰ ਸਮਰਪਿਤ ਕੀਤਾ ਸੀਗਾ ਕਿ ਮੈਂ ਉਹਨਾਂ ਵਾਂਗੂ ਪੰਜਾਬ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ, ਮੈਂ ਉਹਨਾਂ ਵਾਂਗੂ ਜਿੱਦਾਂ ਕਿ ਉਹਨਾਂ ਨੇ ਪੰਜਾਬ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਤੀ ਸੀ, ਮੈਂ ਵੀ ਆਪਣੀ ਜ਼ਿੰਦਗੀ ਜਿਹੜੀ ਹੈਗੀ ਹੈ ਪੰਜਾਬ ਨੂੰ ਸਮਰਪਿਤ ਕਰ ਦਾਂਗਾ। ਔਰ ਇਹਦੇ ਦੇਖਾ ਦੇਖੀ ਜਿੱਦਾਂ ਕਿ ਆਪਾਂ ਕੋਲ ਪ੍ਰੀਤ ਸਮਾਚਾਰ ਆ ਹੀ ਰਹੇ ਹੈਗੇ ਵੀ ਕਦੀ ਕਿਸੇ ਇਲਾਕੇ 'ਚ MLA ਜਿਹੜਾ ਆਪ ਦਾ ਹੈਗਾ ਉਹ ਐਕਟਿਵ ਹੋਇਆ ਪਿਆ, ਉਹ ਜਾ ਕੇ ਹਸਪਤਾਲਾਂ ਤੇ ਛਾਪੇ ਮਾਰ ਰਹੇ ਆ। ਇੱਕ MLA ਸਾਹਿਬ ਨੇ ਕਿਸੇ ਹਸਪੀਟਲ 'ਚ ਡਾਕਟਰ ਜਿਹੜਾ ਹੈਗਾ ਬਿਲਕੁਲ ਸ਼ਰਾਬ 'ਚ ਧੁੰਨ ਸੀਗਾ, ਉਸ ਡਾਕਟਰ ਨੂੰ ਫੜਿਆ ਹੈਗਾ, ਇੱਥੇ SDM ਨੂੰ ਫੋਨ ਵੀ ਕੀਤਾ ਮਤਲਬ ਸੰਬੰਧ। ਔਰ ਇੱਕ MLA ਜਿਹੜਾ ਹੈਗਾ ਉਹਨੇ ਇਹ ਵੀ ਅਨਾਉਂਸਮੈਂਟ ਕੀਤੀ ਹੈਗੀ ਕਿ ਮੈਂ ਕੋਈ ਵੀ ਜੈਡ ਸਿਕਿਉਰਿਟੀ ਜਾਂ ਕੋਈ ਵੀ ਮੈਂ ਸਰਕਾਰੀ ਵਾਹਨ ਨਹੀਂ ਲੈਣੇ ਹੈਗੇ ਹੈ, ਬਲਕਿ ਮੈਂ ਜਿਹੜਾ ਹੈਗਾ ਆਪਣੇ ਹਲਕੇ 'ਚ ਸਾਈਕਲ ਤੇ ਜਿਹੜਾ ਹੈਗਾ ਸਫ਼ਰ ਤੈਅ ਕਰਾਂਗਾ। ਜਿੱਦਾਂ ਮੈਂ ਆਮ ਬਣ ਕੇ ਪਹਿਲਾਂ ਰਹਿੰਦਾ ਸੀਗਾ ਹੁਣ ਵੀ ਮੈਂ ਆਮ ਬਣ ਕੇ ਰਵਾਂਗਾ, ਮੈਂ ਕੋਈ ਵੀ ਸਰਕਾਰੀ ਸਹੂਲਤਾਂ ਜਿਹੜੀਆਂ ਹੈਗੀਆਂ ਨਹੀਂ ਲਵਾਂਗਾ। ਔਰ ਇਹਦੇ ਨਾਲ ਨਾਲ ਭਗਵੰਤ ਮਾਨ ਸਾਹਮਣੇ ਜਿੰਨੇ ਵੀ ਪੁਰਾਣੇ ਵਿਧਾਇਕ ਜਿਨ੍ਹਾਂ ਕੋਲ ਸਰਕਾਰੀ ਮਕਾਨਾਂ ਤੇ ਸਰਕਾਰੀ ਕੋਠੀਆਂ ਤੇ ਕਬਜ਼ੇ ਸੀਗੇ ਉਹ ਸਾਰੇ ਕਬਜ਼ੇ ਜਿਹੜੇ ਹੈਗੇ ਆ ਔਰ ਸਾਰੀਆਂ ਸਿਕਿਉਰਿਟੀਆਂ ਜਿਹੜੀਆਂ ਹੈਗੀਆਂ ਉਹ ਕੈਂਸਲ ਕਰਨ ਦੇ ਆਦੇਸ਼ ਦਿੱਤੇ ਗਏ। ਪਰ ਮਮਤਾ, ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਹੁਣ ਮੁੱਖ ਮੰਤਰੀ ਦਾ ਬਣ ਚੁੱਕੇ ਨੇ, ਅੱਜ ਸਹੁੰ ਵੀ ਚੁੱਕ ਲੈਣਗੇ ਅੱਜ ਸਮਾਗਮ ਦੇ ਵਿੱਚ, ਪਰ ਕੀ ਇਹ ਰੰਗਲਾ ਪੰਜਾਬ ਬਣ ਪਾਊਗਾ ਜਾਂ ਨਹੀਂ? ਦੇਖੋ ਇਹ ਸਮਾਂ ਦੱਸੂਗਾ, ਕਿਉਂਕਿ ਭਗਵੰਤ ਮਾਨ ਸਾਹਿਬ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਹੈ ਬਿਲਕੁਲ ਨਵੀਂ ਪਾਰਟੀ ਹੈਗੀ ਹੈ। ਔਰ ਇਹਦੇ ਵਿੱਚ ਜਿਹੜੇ ਵੀ ਨੌਜਵਾਨ ਸ਼ਾਮਲ ਨੇ ਉਹ ਨੌਜਵਾਨ ਸਭ ਗਰੀਬ ਘਰਾਂ ਤੋਂ ਉੱਠ ਕੇ ਆਏ ਹੋਏ ਹੈ, ਮਤਲਬ ਆਮ ਜਨਤਾ ਦੇ ਸਹਿਯੋਗ ਦੇ ਨਾਲ ਜਿਹੜੇ ਹੈਗੇ ਨੌਜਵਾਨ ਇਹਨਾਂ ਪਾਰਟੀ 'ਚ ਸ਼ਾਮਲ ਹੋ ਕੇ ਜਿਹੜਾ ਹੈਗਾ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿੱਤ ਦਵਾਈ, ਕਿਉਂਕਿ ਆਮ ਜਨਤਾ ਨੇ ਜਿਹੜੇ ਹੈਗੇ ਆਪਣੇ ਪਿੰਡਾਂ ਦੇ ਆਮ ਨੌਜਵਾਨਾਂ ਦੇ ਨਾਮ ਨੂੰ ਜਾਂ ਮੂੰਹ ਨੂੰ ਵੋਟ ਦਿੱਤੀ ਹੈਗੀ ਕਿ ਸ਼ਾਇਦ ਜਿਹੜੇ ਪਿੰਡਾਂ 'ਚੋਂ ਇਹ ਆਮ ਘਰਾਂ 'ਚੋਂ ਉੱਠੇ ਹੋਏ ਨੌਜਵਾਨ ਨੇ, ਇਹ ਨੌਜਵਾਨ ਸ਼ਾਇਦ ਉਹਨਾਂ ਦੇ ਪਿੰਡਾਂ ਜਾਂ ਸ਼ਹਿਰਾਂ ਦਾ ਕੁਝ ਨਾ ਕੁਝ ਬਦਲਾਵ ਕਰ ਦੇਣ। ਤਾਂ ਇਸੇ ਚੀਜ਼ ਵਿੱਚ ਜੇ ਇਹ ਕਾਇਮ ਰਹਿੰਦੇ, ਜੇ ਇਹ ਕਹਿ ਲਓ ਕਿ ਇਸੇ ਚੀਜ਼ ਤੇ ਲਾਗੂ ਹੋ ਕੇ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਪੰਜਾਬ ਦੇ ਲੋਕਾਂ ਦੀ ਮਦਦ ਕਰਨਾ ਸ਼ੁਰੂ ਕਰ ਦਿੰਦੇ ਤਾਂ ਸ਼ਾਇਦ ਕਿਤੇ ਨਾ ਕਿਤੇ ਪੰਜਾਬ ਜਿਹੜਾ ਹੈਗਾ ਉਹ ਰੰਗਲਾ ਪੰਜਾਬ ਬਣ ਜਾਏ। ਪਰ ਇਹਦੇ ਵਿੱਚ ਰੰਗਲਾ ਪੰਜਾਬ ਬਣਨ ਵਾਸਤੇ ਇਸ ਪਾਰਟੀ ਨੂੰ ਕੁਝ ਸਮਾਂ ਦੇਣਾ ਪੈਣਾ ਹੈਗਾ, ਕਿਉਂਕਿ ਜਿੱਦਾਂ ਕਿ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਪੰਜਾਬ ਇੱਕ ਬਹੁਤ ਉਲਝਿਆ ਹੋਇਆ ਸੂਬਾ ਹੈ ਔਰ ਪੰਜਾਬ ਵਿੱਚ ਇੰਨੇ ਸਾਲਾਂ ਤੋਂ ਜਿਹੜਾ ਹੈਗਾ ਬਹੁਤ ਕੁਝ ਪੈਂਡਿੰਗ ਚੱਲ ਰਿਹਾ ਹੈਗਾ। ਤਾਂ ਉਹ ਜਿਹੜੀਆਂ ਪੈਂਡਿੰਗ ਪ੍ਰੋਬਲਮਸ ਚੱਲ ਰਹੀਆਂ, ਪੈਂਡਿੰਗ ਕੰਮ ਚੱਲ ਰਹੇ ਹੈਗੇ, ਜੇ ਉਹ ਇੰਨੇ ਸਾਲਾਂ ਤੋਂ ਨਹੀਂ ਸੁਲਝਾਏ ਪਾਰਟੀਆਂ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਵਿੱਚ ਕੁਝ ਜ਼ਿਆਦਾ ਵੱਡੀਆਂ ਪ੍ਰੋਬਲਮਸ ਹੋਣਗੀਆਂ ਤੇ ਇਹਨਾਂ ਨੂੰ ਕੁਝ ਸਮਾਂ ਦੇਣਾ ਚਾਹੀਦਾ। ਇਹ ਨਹੀਂ ਕਿ ਜਿੱਦਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਅੱਜ ਭਗਵੰਤ ਮਾਨ ਸਾਹਿਬ ਨੇ ਸਹੁੰ ਚੁੱਕ ਲੈਣੀ ਹੈਗੀ ਤਾਂ ਪਰਸੋਂ ਪੰਜਾਬ ਦੀ ਜਿਹੜੀ ਹੈਗੀ ਹੈ ਜ਼ਮੀਨ ਨੂੰ ਸੋਨੇ ਦੀ ਚਿੜੀ ਬਣਾ ਦੇਣੀ ਆ, ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਣ। ਐਟਲੀਸਟ ਉਹਨਾਂ ਨੂੰ 6 ਤੋਂ 8 ਮਹੀਨੇ ਜਿਹੜੇ ਹੈਗੇ ਆ
ਉਹ ਚਾਹੀਦੇ ਹੈਗੇ ਆ ਵੀ ਇਹ ਸਾਰੀਆਂ ਪ੍ਰੋਬਲਮਸ ਨੂੰ ਸਮਝਣ ਔਰ ਇਹਨਾਂ ਦੇ ਜਿਹੜੇ ਨਿਸ਼ਕਸ਼ ਹੈਗੇ ਆ ਉਹ ਕੱਢ ਕੇ ਤੇ ਫਿਰ ਇਹਨਾਂ ਦੇ ਸੋਲੂਸ਼ਨਸ ਵੱਲ ਮੂਵ ਕੀਤਾ ਜਾਵੇ। ਬਿਲਕੁਲ ਸਹੀ ਗੱਲ ਹੈ ਮਮਤਾ, ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਕਰੋਨਾ ਦੀ ਗਾਈਡਲਾਈਨਸ ਵੀ ਜਾਰੀ ਨੇ, ਪਾਬੰਦੀਆਂ ਵੀ ਲਗਾਈਆਂ ਹੋਈਆਂ ਨੇ, ਹਰ ਇੱਕ ਤਰ੍ਹਾਂ ਦੀ ਪਾਬੰਦੀ ਸੀ, ਲੇਕਿਨ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਕੱਲ ਜਾਣੀ ਕਿ ਇਹ ਪਾਬੰਦੀਆਂ ਸਾਰੀਆਂ ਹਟਾ ਦਿੱਤੀਆਂ ਗਈਆਂ ਨੇ। ਪੰਜਾਬ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਕਰੋਨਾ ਨੂੰ ਲੈ ਕੇ ਪਾਬੰਦੀ ਨਹੀਂ ਹੈ, ਸਾਰੀਆਂ ਜਿੰਨੀਆਂ ਵੀ ਸੀਗੀਆਂ A to Z ਉਹ ਸਾਰੀਆਂ ਹਟਾ ਦਿੱਤੀਆਂ ਗਈਆਂ ਨੇ। ਪ੍ਰੀਤ ਪਾਬੰਦੀਆਂ ਤਾਂ ਹਟਾ ਦਿੱਤੀਆਂ ਹੈਗੀਆਂ, ਪਰ ਇਹਦੇ ਵਿੱਚ ਹੁਣ ਮੈਨੂੰ ਇਹ ਨਹੀਂ ਪਤਾ ਹੈਗਾ ਕਿਤੇ ਨਾ ਕਿਤੇ ਸਹੁੰ ਚੁੱਕ ਸਮਾਗਮ ਕਰਕੇ ਪਾਬੰਦੀਆਂ ਹਟਾਈਆਂ ਗਈਆਂ, ਕਿਉਂਕਿ ਦੇਖੋ ਆਪਣੇ ਕੋਲ ਜਿਹੜੇ ਲੇਟੈਸਟ ਅਪਡੇਟਸ ਆ ਰਹੇ, ਲੇਟੈਸਟ ਅਪਡੇਟਸ ਵਿੱਚ ਚੀਨ ਵਿੱਚ ਕਰੋਨਾ ਦਾ ਨਵਾਂ ਵੇਰੀਐਂਟ ਫੇਰ ਐਂਟਰ ਹੋ ਚੁੱਕਾ ਹੈ ਔਰ ਚੀਨ ਦਾ ਪੂਰਾ ਇੱਕ ਸ਼ਹਿਰ ਜਿਹੜਾ ਹੈਗਾ ਉਹਦੇ ਤੇ ਲੋਕਡਾਊਨ ਕਰ ਦਿੱਤਾ ਹੈਗਾ। ਤੇ ਤੁਹਾਨੂੰ ਪਤਾ ਜਦੋਂ ਚੀਨ ਵਿੱਚ ਕਰੋਨਾ ਸ਼ੁਰੂ ਹੁੰਦਾ ਤਾਂ ਹੌਲੀ ਸਪਰੈਡ ਹੋ ਕੇ ਉਹ ਫੇਰ ਪੂਰੇ ਵਰਲਡ ਵਿੱਚ ਫੈਲ ਜਾਂਦਾ ਹੈਗਾ। ਤਾਂ ਮੈਨੂੰ ਆਹ ਡਿਸੀਜ਼ਨ ਜਿਹੜਾ ਹੈਗਾ ਭਗਵੰਤ ਮਾਨ ਸਾਹਿਬ ਦਾ ਨਹੀਂ ਠੀਕ ਲੱਗਾ ਹੈਗਾ। ਉਹਨਾਂ ਨੂੰ ਜਿਹੜੇ ਮਾਸਕ ਔਰ ਸੈਨੀਟਾਈਜ਼ਰ ਔਰ ਪਾਬੰਦੀਆਂ ਵਾਲਾ ਜਿਹੜਾ ਸੀਨ ਸੀਗਾ ਉਹ ਨਹੀਂ ਹਟਾਉਣਾ ਚਾਹੀਦਾ ਸੀਗਾ, ਕਿਉਂਕਿ ਸਾਡੇ ਜਿਹੜੇ ਵਿਗਿਆਨੀ ਹੈਗੇ ਉਹ ਬਾਰ-ਬਾਰ ਇਹੀ ਕਹਿ ਰਹੇ ਹੈਗੇ ਕਿ ਕਰੋਨਾ ਦਾ ਕਿਉਂਕਿ ਕੋਈ ਪੱਕਾ ਹੱਲ ਨਹੀਂ ਮਿਲਿਆ ਹੈਗਾ ਤਾਂ ਕਰੋਨਾ ਦੇ ਪ੍ਰੀਕਾਸ਼ਨਸ ਜਿਹੜੇ ਹੈਗੇ ਉਹ ਨਾਲ ਰੱਖਣੇ ਪੈਣੇ, ਹਮੇਸ਼ਾ ਮਾਸਕ, ਸੈਨੀਟਾਈਜ਼ਰ ਔਰ ਦੂਰੀ, ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਣੀਆਂ, ਕਿਉਂਕਿ ਜੇ ਪ੍ਰੀਕਾਸ਼ਨਸ ਨਹੀਂ ਕੀਤੇ ਜਾਣਗੇ ਤਾਂ ਕਿਤੋਂ ਵੀ ਜਿਹੜਾ ਹੈਗਾ ਨਾਮੁਰਾਦ ਬਿਮਾਰੀ ਜਿਹੜੀ ਹੈਗੀ ਹੈ ਦੁਬਾਰਾ ਤੋਂ ਰੀਐਂਟਰ ਹੋ ਕੇ ਫਿਰ ਉਸ ਤਰ੍ਹਾਂ ਨਾਲ ਸਪਰੈਡ ਹੋ ਜੂਗੀ। ਔਰ ਹੁਣ ਵੈਸੇ ਵੀ ਇੰਨੀ ਕੁ ਆਰਥਿਕ ਮੰਦੀ ਆਈ ਹੋਈ ਹੈ, ਜੇ ਇਹ ਬਿਮਾਰੀ ਫੈਲ ਜਾਂਦੀ ਹੈਗੀ ਔਰ ਫਿਰ ਤੋਂ ਸਭ ਕੁਝ ਬੰਦ ਕਰਨਾ ਪੈਂਦਾ ਹੈਗਾ ਤਾਂ ਲੋਕਾਂ ਦੇ ਬਹੁਤ ਬੁਰੇ ਹਾਲ ਹੋ ਜਾਣਗੇ। ਬਿਲਕੁਲ ਮਮਤਾ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਉਹਦੇ ਕਰਕੇ ਜਿਹੜੇ ਕਿ ਟੋਲ ਪਲਾਜ਼ਾ ਤੇ ਲੋਕਾਂ ਨੂੰ ਪੈਸੇ ਦੇਣੇ ਪੈਂਦੇ ਸੀ ਤੇ ਉਹਦੇ ਕਰਕੇ ਹੁਣ ਉਹ ਵੀ ਬੰਦ ਕਰ ਦਿੱਤੇ ਗਏ ਨੇ। 19 ਤਰੀਕ ਤੱਕ ਉਹਨਾਂ ਨੇ ਇਹ ਜਿਹੜਾ ਟੋਲ ਪਲਾਜ਼ੇ ਨੇ ਉਹ ਬੰਦ ਕਰ ਦਿੱਤੇ ਗਏ ਨੇ। ਹਾਂਜੀ, ਇਹ ਜਨਤਾ ਦੀ ਸਹੂਲਤ ਵਾਸਤੇ ਨਾ, ਕਿਉਂਕਿ ਦੇਖੋ ਅਨੰਦਪੁਰ ਸਾਹਿਬ ਹੋਲਾ ਮਹੱਲਾ ਵਿੱਚ ਇਕੱਲੇ ਆਪਾਂ ਅੱਜ ਕਹਿ ਸਕਦੇ ਹਾਂ ਕਿ ਰਿਚ ਲੋਕ ਜਿਹੜੇ ਹੈਗੇ ਇਕੱਲੇ ਉਹੀ ਦਰਸ਼ਨਾਂ ਨੂੰ ਨਹੀਂ ਜਾਂਦੇ ਹੈਗੇ, ਹਰ ਗਰੀਬ ਗੁਰਬਾ, ਹਰ ਪਰਿਵਾਰ, ਹਰ ਤਰ੍ਹਾਂ ਦਾ ਪਰਿਵਾਰ ਜਿਹੜਾ ਹੈਗਾ, ਹਰ ਜਾਤ ਦਾ ਬੰਦਾ ਜਿਹੜਾ ਹੈਗਾ ਉੱਥੇ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਜਾਂਦਾ ਹੈਗਾ। ਔਰ ਇसी ਚੀਜ਼ ਦੀ ਸਹੂਲਤ ਦੇਣ ਵਾਸਤੇ ਕਿ ਆਮ ਜਨਤਾ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ, ਕਿਉਂਕਿ ਹਰ ਇਨਸਾਨ ਕੋਲ ਜਿਹੜਾ ਹੈਗਾ, ਕਿਉਂਕਿ ਦੇਖੋ ਕਈਆਂ ਕੋਲ ਵਿਚਾਰੇ ਕੋਲ ਰੋਟੀ ਵਾਸਤੇ ਵੀ ਜਿਹੜੇ ਹੈਗੇ ਪੈਸੇ ਨਹੀਂ ਹੁੰਦੇ ਹੈਗੇ ਔਰ ਜੇ ਉਹਨਾਂ ਲੋਕਾਂ ਨੂੰ ਕਹਿ ਲਓ ਵੀ ਪਰੇਸ਼ਾਨੀਆਂ ਆਉਂਦੀਆਂ, ਮਤਲਬ ਹਰ ਤਰ੍ਹਾਂ ਦੇ ਇਨਸਾਨ ਨੂੰ ਸਹੂਲਤ ਦੇਣ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਇਹ ਟੋਲ ਟੈਕਸ ਜਿਹੜਾ ਕਿ ਹਰ ਸਾਲ ਬੰਦ ਹੁੰਦਾ ਹੈਗਾ, ਇਸ ਸਾਲ ਵੀ ਮਤਲਬ ਸਰਕਾਰ ਨੇ ਉਹੀ ਰੂਲ ਜਿਹੜਾ ਹੈਗਾ ਲਾਗੂ ਕਰਕੇ ਇਸ ਟੋਲ ਟੈਕਸ ਨੂੰ ਬੰਦ ਕਰਤਾ ਤਾਂ ਕਿ ਆਮ ਜਨਤਾ ਨੂੰ ਜਿਹੜੀ ਹੈ ਕੋਈ ਵੀ ਪਰੇਸ਼ਾਨੀ ਨਾ ਸਹਿਣੀ ਪਵੇ। ਬਿਲਕੁਲ ਮਮਤਾ, ਜਿਵੇਂ ਕਿ ਗੱਲ ਕਿਸਾਨੀ ਮੋਰਚੇ ਦੀ ਕਰੀਏ ਆਪਾਂ, ਕਿਸਾਨੀ ਮੋਰਚਾ ਪਹਿਲਾਂ ਬਹੁਤ ਟਾਈਮ ਲਗਾਤਾਰ ਸੜਕਾਂ ਤੇ ਬੈਠਾ ਰਿਹਾ, ਬਹੁਤ ਲੋਕਾਂ ਨੇ ਉੱਥੇ ਜਾ ਕੇ ਕਿਸਾਨੀ ਮੋਰਚੇ ਨੂੰ ਸਮਰਥਨ ਦਿੱਤਾ, ਪਰ ਹੁਣ ਇਹ ਦੁਬਾਰਾ ਫਿਰ ਤੋਂ ਕਿਸਾਨੀ ਮੋਰਚੇ ਦੀਆਂ ਜਿਹੜੀਆਂ ਗੱਲਾਂ ਉੱਠ ਰਹੀਆਂ ਨੇ ਕਿ ਇਹ ਦੁਬਾਰਾ ਫਿਰ ਤੋਂ ਅੰਦੋਲਨ ਜਾਰੀ ਕਰਨਗੇ, ਕਿਉਂਕਿ ਸਰਕਾਰਾਂ ਨੇ ਜਿਹੜੀਆਂ ਹੈਗੀਆਂ ਇਹਨਾਂ ਦੀ ਕੁਝ ਗੱਲਾਂ ਹਜੇ ਵੀ ਪੈਂਡਿੰਗ ਹੈ ਜਿਹੜੀਆਂ ਨਹੀਂ ਮੰਨੀਆਂ ਗਈਆਂ। ਹਾਂਜੀ ਪ੍ਰੀਤ, ਸ਼ੇਅਰ ਕਰੋ ਥੋੜਾ ਦਰਸ਼ਕਾਂ ਨੂੰ। ਬਿਲਕੁਲ, ਇਹ ਗੱਲਾਂ ਜਿਹੜੀਆਂ ਕਿਸਾਨ ਆਗੂ ਬੈਠਣਗੇ, ਜਿਹੜਾ ਫੈਸਲੇ ਲਈ ਉਹਨਾਂ ਨੇ ਬੈਠਣਾ ਹੈ, ਉਹ ਹੈਗਾ ਹੈ ਕਿ ਸਰਕਾਰ ਤੇ MSP ਗਰੰਟੀ ਕਾਨੂੰਨ ਸਮੇਤ ਸਾਰੀਆਂ ਮੰਗਾਂ ਤੇ ਅਮਲ ਨਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਤੇ 11 ਤੋਂ 17 ਅਪ੍ਰੈਲ ਤੱਕ ਚੱਲੇਗੀ MSP ਗਰੰਟੀ ਹਫ਼ਤਾ ਮੁਹਿੰਮ। ਲਖੀਮਪੁਰ ਖੀਰੀ ਕਾਂਡ ਵਿੱਚ ਚੱਲ ਰਹੀ ਕਾਨੂੰਨੀ ਪ੍ਰਕਿਰਿਆ ਤੇ ਵੀ ਹੋਈ ਚਰਚਾ। ਹਰਿਆਣਾ ਨੂੰ ਛੱਡ ਕੇ ਹੋਰ ਸੂਬਿਆਂ 'ਚ ਕਿਸਾਨਾਂ ਦੇ ਵਿਰੁੱਧ ਅੰਦੋਲਨ ਦੌਰਾਨ ਬਣੇ ਕੇਸ ਵਾਪਸ ਨਹੀਂ ਲਏ ਗਏ। ਜਿੰਨੇ ਵੀ ਇਹ ਕੇਸ ਹੋਏ ਸੀ ਕਿਸਾਨਾਂ ਦੇ ਉੱਤੇ, ਉਹ ਕੇਸ ਹਾਲੇ ਤੱਕ ਵਾਪਸ ਨਹੀਂ ਲਿੱਤੇ ਗਏ। ਇਹ ਜਿੰਨੀਆਂ ਵੀ ਗੱਲਾਂ ਮੈਂ ਤੁਹਾਨੂੰ ਦੱਸ ਰਹੀ ਹਾਂ, ਸਾਰੀਆਂ ਗੱਲਾਂ ਨੇ ਜਿਹੜੀਆਂ ਜਿਸ ਕਰਕੇ ਉਹਨਾਂ ਨੇ ਇੱਕ ਦੁਬਾਰਾ ਫਿਰ ਤੋਂ ਕਿਸਾਨੀ ਮੋਰਚੇ ਨੂੰ ਸ਼ੁਰੂਆਤ ਕਰਨੀ। ਉਹਨਾਂ ਨੇ ਪੂਰੇ ਦੇਸ਼ 'ਚ ਰੇਲ ਰੋਕਣ ਦੇ ਕੇਸਾਂ ਬਾਰੇ ਕੀ ਕੁਝ ਨਹੀਂ ਹੋਇਆ। 21 ਮਾਰਚ ਨੂੰ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਆਯੋਜਿਤ ਕਰਨ ਦਾ ਫੈਸਲਾ। 28 ਅਤੇ 29 ਮਾਰਚ ਨੂੰ ਟ੍ਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਦੇ ਐਲਾਨ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮਰਥਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਦੇਖੋ ਕਿਸਾਨਾਂ ਨੇ ਜਦੋਂ ਪਹਿਲਾਂ ਪ੍ਰੀਤ ਅੰਦੋਲਨ ਜਦੋਂ ਖਤਮ ਹੋਇਆ ਸੀ ਤਾਂ ਉਦੋਂ ਹੀ ਕਿਸਾਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਸੀਗੀ ਕਿ ਜੇ ਇਹ ਜਿਹੜੇ ਸਾਡੇ ਕੇਸ ਹੈਗੇ ਜਾਂ ਜਿਹੜੀਆਂ ਵੀ ਵਾਅਦੇ ਜਿਹੜੇ ਸਰਕਾਰ ਨੇ ਕੀਤੇ ਹੈਗੇ, ਜੇ ਉਹ ਵਾਅਦੇ ਨਹੀਂ ਪੂਰੇ ਹੁੰਦੇ ਤਾਂ ਇਹ ਕਿਸਾਨੀ ਅੰਦੋਲਨ ਜਿਹੜਾ ਹੈਗਾ ਇਹ ਕਿਸੇ ਵੀ ਵਕਤ ਜਿਹੜਾ ਹੈ ਉਹ ਸ਼ੁਰੂ ਹੋ ਸਕਦਾ ਹੈਗਾ। ਤਾਂ ਫਿਰ ਮਤਲਬ ਉਹੀ ਚੀਜ਼ ਨੂੰ ਦੇਖਦੇ ਹਾਂ, ਸ਼ਾਇਦ ਸਰਕਾਰਾਂ ਨੇ ਕੀਤੇ ਹੋਏ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਕਿਸਾਨਾਂ ਨੂੰ ਇੱਕ ਵਾਰ ਫੇਰ ਜਿਹੜਾ ਹੈਗਾ ਸੜਕ ਤੇ ਆ ਕੇ ਆਪਣੇ ਹੱਕ ਵਾਸਤੇ ਮੈਨੂੰ ਲੱਗਦਾ ਵੀ ਲੜਾਈ ਦੀ ਜਿਹੜੀ ਹੈਗੀ ਹੈ ਤਿਆਰੀ ਹੋ ਚੁੱਕੀ ਹੈ, ਕਿਉਂਕਿ ਹੁਣ ਨਵੀਂ ਸਰਕਾਰ ਵੀ ਪੰਜਾਬ ਦੀ ਬਣ ਚੁੱਕੀ ਹੈਗੀ, ਇਲੈਕਸ਼ਨਸ ਵੀ ਹੋ ਚੁੱਕੇ ਹੈ, ਇੰਨਾ ਸਮਾਂ ਵੀ ਬੀਤ ਗਿਆ ਪਰ ਜਿਹੜਾ ਸਰਕਾਰ ਹੈਗੀ ਉਹ ਹਜੇ ਤੱਕ ਵੀ ਚੁੱਪ ਹੈਗੀ ਹੈ। ਤਾਂ
ਤਾਂ ਕਿਸਾਨਾਂ ਨੂੰ ਹੁਣ ਲੱਗ ਰਿਹਾ ਹੋਣਾ ਕਿ ਹੁਣ ਆਪਣੇ ਹੱਕ ਜਿਹੜੇ ਹੈਗੇ ਉਹ ਸ਼ਾਂਤੀ ਨਾਲ ਨਹੀਂ ਇਹਨਾਂ ਨੇ ਮੰਨਣੇ ਹੈਗੇ, ਇਸ ਲਈ ਦੁਬਾਰਾ ਜਿਹੜਾ ਹੈਗਾ ਵੀ ਆਪਣੀ ਪ੍ਰੋਬਲਮਸ ਨੂੰ ਹੱਲ ਕਰਨ ਵਾਸਤੇ ਫਿਰ ਇਕਜੁੱਟ ਹੋ ਕੇ ਖੜੇ ਹੋਣਾ ਪੈਣਾ। ਬਿਲਕੁਲ ਮਮਤਾ, ਜਿਵੇਂ ਕਿ ਹੁਣ ਇਹਨਾਂ ਨੇ ਦੱਸਿਆ ਕਿ 21 ਮਾਰਚ ਨੂੰ ਪੂਰੇ ਦੇਸ਼ ਦੇ ਵਿੱਚ ਇਹ ਪ੍ਰਦਰਸ਼ਨ ਆਯੋਜਿਤ ਕਰਨਗੇ। ਇਹਦਾ ਮਤਲਬ ਇਹ ਹੈ ਕਿ 21 ਮਾਰਚ ਨੂੰ ਹਰ ਸੜਕਾਂ ਜਾਮ ਹੋਣਗੀਆਂ, ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਉਸੇ ਤਰ੍ਹਾਂ ਜਾਮ ਹੋਣਗੀਆਂ, ਲੜਾਈ ਝਗੜੇ ਹੋਣਗੇ, ਉਹੀ ਦੁਬਾਰਾ ਫਿਰ ਤੋਂ ਉਹੀ ਸੀਜ਼ਨ ਸ਼ੁਰੂ ਹੋ ਜਾਊਗਾ। ਪ੍ਰੀਤ ਦੇਖੋ ਕਿਸਾਨਾਂ ਨੇ ਦੇਖੋ ਆਪਣੇ ਹੱਕ ਵਾਸਤੇ ਲੜਨਾ, 700 ਬੰਦਿਆਂ ਦਾ ਬਲੀਦਾਨ ਜਿਹੜਾ ਦਿੱਤਾ, ਠੀਕ ਹੈ, ਔਰ 700 ਜਿਹੜੇ ਕਿਸਾਨ ਹੈਗੇ ਉਹ ਸ਼ਹੀਦ ਹੋਏ, ਤੇ ਇੰਨੀ ਸ਼ਹੀਦੀ ਤੋਂ ਬਾਅਦ ਵੀ, ਇੰਨੇ ਬਲੀਦਾਨ ਤੋਂ ਬਾਅਦ ਵੀ ਜੇ ਸਰਕਾਰ ਨਿੱਕੀਆਂ ਮੋਟੀਆਂ 2-4 ਗੱਲਾਂ ਤੇ ਅੜੀ ਹੋਈ ਹੈ ਤਾਂ ਫਿਰ ਇਹਨਾਂ ਨੂੰ ਆਪਣੇ ਹੱਕ ਵਾਸਤੇ ਖੜੇ ਹੋਣਾ ਹੀ ਪੈਣਾ ਹੈਗਾ। ਔਰ ਉਹਦੇ ਵਿੱਚ ਜਿੱਦਾਂ ਜਨਤਾ ਪਹਿਲਾਂ ਕੋਆਪਰੇਟ ਕਰਦੇ ਸੀ, ਹਾਂ ਇਹ ਹੁੰਦਾ ਕਈ ਵਾਰ ਵੀ ਆਮ ਜਨਤਾ ਵਿੱਚ ਜਿੱਦਾਂ ਕੋਈ ਬਿਮਾਰ ਠਮਾਰ ਆਈ ਹੈ, ਜਿੱਦਾਂ ਕੋਈ ਕਿਸੇ ਨੇ ਕੋਈ ਪੇਪਰ ਦੇਣ ਜਾਣਾ ਹੈਗਾ, ਇਹਨਾਂ ਲੋਕਾਂ ਨੂੰ ਕਈ ਵਾਰ ਪਰੇਸ਼ਾਨੀਆਂ ਫੇਸ ਕਰਨੀਆਂ ਪੈਂਦੀਆਂ, ਹਾਲਾਂਕਿ ਕੋਆਪਰੇਟ ਵੀ ਕੀਤਾ ਜਾਂਦਾ, ਰਸਤੇ ਵੀ ਦਿੱਤੇ ਜਾਂਦੇ ਹੈਗੇ ਆ, ਪਰ ਕਦੀ ਕਦੀ ਸਿਚੁਏਸ਼ਨ ਐਂ ਦੀ ਹੋ ਜਾਂਦੀ ਹੈ ਕਿ ਦੋਨੋਂ ਪਾਰਟੀਆਂ ਜੇ ਕਹਿੰਦੇ ਨੇ ਦੋਨੋਂ ਧਿਰ ਜਿਹੜੇ ਹੈਗੇ ਕਈ ਵਾਰ ਗੁੱਸੇਲ ਹੁੰਦੇ ਆ, ਤੇ ਉਹ ਜਿਹੜੇ ਗੁੱਸੇਲ ਧਿਰਾਂ ਦੇ ਕਰਕੇ ਕਿਸਾਨਾਂ ਵਿੱਚ ਤੇ ਆਮ ਜਨਤਾ ਵਿੱਚ ਕਈ ਵਾਰ ਲੜਾਈ ਝਗੜੇ ਦਾ ਰੂਪ ਵੀ ਲੈ ਜਾਂਦੀ ਹੈ। ਬਿਲਕੁਲ ਮਮਤਾ, ਇਹ ਜਿਹੜਾ ਹੁਣ ਕਿਸਾਨ ਮੋਰਚਾ ਇਹ ਕਿੱਥੇ ਤੱਕ ਜਾ ਕੇ ਖਤਮ ਹੋਊਗਾ, ਕਦੋਂ ਸ਼ੁਰੂ ਹੋਊਗਾ, ਇਹ ਤਾਂ ਹੁਣ ਸਰਕਾਰ ਨੂੰ ਚਾਹੀਦਾ ਕਿ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ, ਨਹੀਂ ਤਾਂ ਫਿਰ ਅੰਦੋਲਨ ਦਾ ਮਮਤਾ ਕਿਸਾਨ ਪਿੱਛੇ ਹਟਣ ਵਾਲੇ ਹੈ ਨਹੀਂ, ਉਹ ਆਪਣਾ ਹੱਕ ਲੈ ਕੇ ਹੀ ਮੁੜਨਗੇ। ਹਾਂਜੀ ਪ੍ਰੀਤ, ਇਹਦੇ ਨਾਲ ਹੀ ਆਪਾਂ ਮੈਨੂੰ ਲੱਗਦਾ ਵੀ ਅੱਜ ਆਪਾਂ ਜਿੰਨੀਆਂ ਕੁ ਗੱਲਾਂ ਆਪਣੇ ਦਰਸ਼ਕਾਂ ਨਾਲ ਕਰ ਸਕਦੇ ਸੀ, ਦੇਖਣ ਸੁਣਨ ਨਾਲ ਆਪਾਂ ਕਾਫੀ ਕੁਝ ਕਰ ਸਕੇ, ਪਰ ਇਹਦੇ ਵਿੱਚ ਐਂਡ ਵਿੱਚ ਯਾਰ ਇੱਕ ਗੱਲ ਜਿਹੜੀ ਆਪਾਂ ਹਮੇਸ਼ਾ ਕਰਦੇ ਹੁੰਦੇ ਰੂਸ ਤੇ ਯੂਕਰੇਨ ਦੀ, ਕਿ ਰੂਸ ਜਿਹੜਾ ਹੈਗਾ ਉਹ ਬਿਲਕੁਲ ਵੀ ਸ਼ਾਂਤ ਨਹੀਂ ਹੋ ਰਿਹਾ ਹੈਗਾ, ਔਰ ਯੂਕਰੇਨ ਦੇ ਹਾਲਾਤ ਬਹੁਤ ਬੱਤਰ ਹੋ ਚੁੱਕੇ ਹੈ। ਅਸੀਂ ਹਰ ਵਾਰ ਆਪਣੇ ਸ਼ੋਅ ਵਿੱਚ ਇਹੀ ਪ੍ਰੇ ਕਰਦੇ ਹਾਂ ਕਿ ਰੂਸ ਨੂੰ ਜਿਹੜਾ ਹੈਗਾ ਰੱਬ ਸਦਬੁੱਧੀ ਦੇਵੇ, ਔਰ ਇਸ ਯੁੱਧ ਨੂੰ ਰੂਸ ਜਿਹੜਾ ਹੈਗਾ ਕਿਸੇ ਵੀ ਕੰਡੀਸ਼ਨ ਤੋਂ ਬਿਨਾਂ ਖਤਮ ਕਰਨ ਵਾਸਤੇ ਤਿਆਰ ਹੋ ਜਾਏ, ਔਰ ਦੋਨੋਂ ਦੇਸ਼ ਜਿਹੜੇ ਹੈਗੇ ਸ਼ਾਂਤੀਪੂਰਵਕ ਆਪਣਾ ਵਕਤ ਜਿਹੜਾ ਹੈਗਾ ਆਪਣੇ ਉਹਦੇ ਨਾਗਰਿਕ ਜਿਹੜੇ ਹੈਗੇ ਸ਼ਾਂਤੀਪੂਰਵਕ ਜੀ ਸਕਣ। ਬਿਲਕੁਲ ਮਮਤਾ, ਕਿਉਂਕਿ ਯੂਕਰੇਨ ਵਾਲੇ ਨਾਟੋ ਤੋਂ ਬਹੁਤ ਜ਼ਿਆਦਾ ਹੈਲਪ ਮੰਗ ਰਹੇ ਨੇ, ਲੇਕਿਨ ਨਾਟੋ ਉਹਨਾਂ ਦੀ ਹੈਲਪ ਕਰਨ ਦੇ ਮੂਹਰੇ ਨਹੀਂ ਆ ਰਿਹਾ। ਲੇਕਿਨ ਯੂਕਰੇਨ ਦੇ ਰਾਸ਼ਟਰ ਮੰਤਰੀ ਨੇ ਇੰਨੀ ਗੱਲ ਤਾਂ ਕਹਿ ਦਿੱਤੀ ਗਈ ਹੈ ਕਿ ਜੇ ਤੁਸੀਂ ਮੇਰੀ ਹੈਲਪ ਨਹੀਂ ਕਰੋਗੇ ਤਾਂ ਰੂਸ ਤੁਹਾਡੇ ਉੱਤੇ ਵੀ ਹਮਲਾ ਕਰ ਸਕਦਾ ਹੈ, ਕਿ ਇਹ ਨਾ ਸਮਝੋ ਕਿ ਤੁਸੀਂ ਮੇਰੀ ਹੈਲਪ ਕਰ ਰਹੇ ਹੋ ਤਾਂ ਤੁਸੀਂ ਬਚ ਜਾਓਗੇ, ਜਾਂ ਨਹੀਂ ਕਰੋਗੇ ਤਾਂ ਬਚ ਜਾਓਗੇ, ਲੇਕਿਨ ਜਿਹੜਾ ਕਿ ਰੂਸ ਹੈ ਉਹ ਕਿਸੇ ਵਕਤ ਵੀ ਕਿਸੇ ਵੀ ਦੇਸ਼ ਦੇ ਵਿੱਚ ਹਮਲਾ ਕਰ ਸਕਦਾ ਹੈ। ਉਧਰ ਰੂਸ ਨੇ ਆਲਰੇਡੀ ਯਾਰ ਬਿਆਨ ਦੇ ਦਿੱਤੇ ਹੈਗੇ ਨਾ ਵੀ ਇਹਦੇ ਤੋਂ ਯੂਕਰੇਨ ਤੋਂ ਬਾਅਦ ਮਾਲਦੋਵਾ ਤੇ ਉਹਨੇ ਜਿਹੜਾ ਹੈਗਾ ਹਮਲਾ ਕਰਨਾ, ਪਰ ਹਲੇ ਇਹ ਹੈ ਕਿ ਯੂਕਰੇਨ ਡਟ ਕੇ ਖੜਾ ਹੋਇਆ ਪਿਆ ਹੈਗਾ, ਤਾਂ ਮਾਲਦੋਵਾ ਦੀ ਵਾਰੀ ਨਹੀਂ ਆ ਰਹੀ ਹੈਗੀ, ਵਰਨਾ ਜੇ ਯੂਕਰੇਨ ਰੂਸ ਦੇ ਅੱਗੇ ਨਾ ਖੜਾ ਹੁੰਦਾ ਤਾਂ ਹੁਣ ਤੱਕ ਰੂਸ ਨੇ ਯੂਕਰੇਨ ਨੂੰ ਖਤਮ ਕਰਕੇ ਜਿਹੜਾ ਹੈਗਾ ਅਗਲੇ ਤਰਫ ਮੂੰਹ ਜਿਹੜਾ ਹੈ ਸ਼ੁਰੂ ਕਰ ਦਿੱਤਾ ਹੋਣਾ ਸੀਗਾ। ਬਿਲਕੁਲ ਮਮਤਾ, ਮਮਤਾ ਹੁਣ ਆਪਣਾ ਜਾਣ ਦਾ ਸਮਾਂ ਵੀ ਹੋ ਚੁੱਕਿਆ ਹੈ ਹਨਾ, ਤੇ ਆਪਣੇ ਤੋਂ ਬਾਅਦ ਹੋਰ ਵੀ ਜਿਹੜੇ ਸ਼ੋਅ ਨੇ ਉਹਨਾਂ ਨੇ ਵੀ ਟੈਲੀਕਾਸਟ ਹੋਣਾ। ਸੋ ਦੋਸਤੋ, ਤੁਹਾਨੂੰ ਸਾਡਾ ਸ਼ੋਅ ਕਿਸ ਤਰ੍ਹਾਂ ਦਾ ਲੱਗਿਆ, ਆਪਣੇ ਸੁਝਾਅ ਆਪਣੀ ਐਡਵਾਈਸ ਦੇਣਾ ਨਾ ਭੁੱਲਿਆ ਕਰੋ। ਅਸੀਂ ਅਗਲੀ ਵਾਰ ਫਿਰ ਤੋਂ ਇਸੇ ਸਮੇਂ ਇਸੇ ਚੈਨਲ ਤੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਹਰਪ੍ਰੀਤ ਕੌਰ ਨੂੰ ਤੇ ਮਮਤਾ ਸ਼ਰਮਾ ਨੂੰ ਦਿਓ ਇਜਾਜ਼ਤ। ਰੱਬ ਰੱਖਾ।